ਉਹ ਪੰਡਾ ਭੰਡਾਰੀਆ ਕਿੰਨਾ ਕੁ ਭਾਰੇ, ਇੱਕ ਮੁੱਠੀ ਚੱਕ ਲਓ ਦੂਜੀ ਤਿਆਰੇ। ਸਦਾ ਕੰਮ ਚ ਰੁੱਝੇ ਰਹਿਨੇ ਆ ਬਸ ਇਸੇ ਤਰ੍ਹਾਂ ਮੌਜਾਂ। ਉਹ ਮਿੱਠਾ ਸਿੰਘ ਜੀ ਹੈਗੇ ਹੋ? ਹਾਏ 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 ਹਾਏ, ਬੱਲੇ ਬੱਲੇ ਬੱਲੇ। ਜੈ ਜੀ, ਜੈ ਮਿੱਠਾ ਹਿੰਦ ਸਿੰਘ ਜੀ, ਜੈ ਜੀ। ਹਿੰਦ ਤੇਜਪਾਲ ਜੀ, ਜੈ ਹਿੰਦ ਜੀ। ਲਓ ਜੀ ਡਾਕਟਰ ਸਾਹਿਬ ਆਪਾਂ ਜਾਂਦੇ ਨਾਲ। ਵਾਹ ਜੀ ਵਾਹ ਵਾਹ, ਡਾਕਟਰ ਸਾਹਿਬ ਜੈ ਹਿੰਦ ਜੀ। ਜੈ ਹਿੰਦ ਜੀ, ਜੈ ਬੈਠੋ ਹਿੰਦ। ਬੈਠੋ ਤੇਜਪਾਲ ਡਾਕਟਰ ਸਾਹਿਬ, ਬੈਠੋ ਬੈਠੋ। ਜੀ ਆਇਆਂ ਨੂੰ ਡਾਕਟਰ ਸਾਹਿਬ ਜੀ। ਥੈਂਕ ਯੂ। ਹਾਂ 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 ਹਾਂ, ਤੇ ਬਹੁਤ ਚੰਗਾ ਕੀਤਾ ਤੁਸੀਂ ਡਾਕਟਰ ਸਾਹਿਬ ਨੂੰ ਨਾਲ ਲੈ ਆਏ ਆ। ਲੈ ਹੋਰ। ਹੈ ਸਾਡੇ ਵਿਹੜੇ ਨੂੰ ਭਾਗ ਲੱਗ ਗਏ। ਜੀ 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 ਹਾਂ ਜੀ। ਆਹ। ਹਾਂ, ਇਹ ਡਾਕਟਰ ਰਵਿੰਦਰ ਸਿੰਘ ਗਰੇਵਾਲ ਜੀ ਜੀ ਹੈ। ਆਹ। ਇਹ ਪ੍ਰੋਫੈਸਰ ਨੇ ਜੀ ਅੱਛਾ ਜੀ, ਗੁਰੂ ਅੰਗਦ ਦੇ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਆ ਨਾ, ਲੁਧਿਆਣੇ ਵਾਲੀ। ਲੁਧਿਆਣੇ ਵਾਲੀ। ਉਹ ਨਹਿਰ ਦੇ ਦੂਜੇ ਪਾਸੇ। ਬਸ 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 ਬਿਲਕੁਲ ਜੀ, ਬਸ ਬਿਲਕੁਲ, ਬਸ ਬਿਲਕੁਲ। ਹੈ ਨਾ। ਹਾਂਜੀ। ਤੇ ਉੱਥੇ ਇੱਕ ਵਿਭਾਗ ਆ ਪਸ਼ੂ ਆਹਾਰ ਵਿਭਾਗ, ਜੀ 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 ਉੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਜੀ ਆਇਆਂ ਨੂੰ ਡਾਕਟਰ ਸਾਹਿਬ, ਜੀ ਆਇਆਂ ਨੂੰ। ਇਹਨਾਂ ਧੰਨਵਾਦ ਨਾਲ ਧੰਨਵਾਦ। ਗੱਲਬਾਤ ਕਰਨੀ ਆ। ਹਾਂ ਸੁਣ, ਤੁਸੀਂ ਕੱਲ ਸ਼ਾਮਾਂ ਨੂੰ ਬੜਾ ਸਮਾਨ ਲੱਦਿਆ ਸੀ, ਕੀ ਗੱਲ ਆ? ਇਦਾਂ ਹੀ ਆ, ਕਦੇ ਕਦੇ ਫਿਰ ਸਮਾਨ ਲਿਆਉਣਾ ਪੈ ਜਾਂਦਾ। ਅੱਛਾ। ਦੇਖੋ ਜੀ, ਉਹ ਕੀ ਕਹਿੰਦੇ ਹੁੰਦੇ ਵੀ ਮਰਦਾਂ ਤੇ ਘੋੜਿਆਂ ਪਹਿਣ ਅਵੱਲੇ ਹੈ, ਘਰੇਲੂ ਕੰਮ ਵੀ ਪੈਂਦੇ ਰਹਿੰਦੇ ਆ, ਪਰਿਵਾਰਕ ਕੰਮ ਹੁੰਦੇ ਆ। ਉਹ ਮਿੱਠਾ ਸਿੰਘ ਜੀ ਦੇਖੋ ਇਦਾਂ ਆ ਵੀ ਸਾਡੇ ਤਕਰੀਬਨ ਸਾਰਾ ਕੁਝ ਘਰ ਦਾ ਹੀ ਹੁੰਦਾ ਜੀ ਹੈ, ਤੇ ਬਾਕੀ ਜਿਹੜਾ ਲੂਣ ਬਸਾਰ ਇਦਾਂ ਦੀਆਂ ਚੀਜ਼ਾਂ ਦੋ ਚਾਰ ਜਿਹੜੀਆਂ ਆਪਣੇ ਇੱਥੇ ਹੁੰਦੀਆਂ ਨਹੀਂ, ਉਹ ਲਿਆਉਣੀਆਂ ਪੈਂਦੀਆਂ। ਸਾਡਾ ਵਾਚ ਨਹੀਂ ਚੱਲਦਾ, ਨਹੀਂ ਤੇ ਬਣਾ ਲਈਏ। ਨਹੀਂ ਤੇ ਲੂਣ ਬਣਾਉਣ ਵਾਲਾ ਕੜਾਹਾ ਵੀ ਚਾਹ ਲਈਏ, ਚਾੜ ਹੀ ਲਈਏ, ਹੈ ਨਾ। ਨਹੀਂ ਮਾਂ ਹੀ ਪਤਾ ਕੀ ਸੋਚਿਆ, ਜੀ। ਮੈਂ ਕਿਹਾ ਤਿਉਹਾਰ ਆ ਗਏ ਨਾ ਨੇੜੇ, ਨਹੀਂ ਉਹ ਸ਼ਾਇਦ ਉਹਦਾ ਸਮਾਨ ਇਕੱਠਾ ਕਰਦੇ ਆ। ਉਹ ਵੀ ਜ਼ਰੂਰੀ ਹੈ ਜੀ। ਜ਼ਰੂਰੀ ਹੈ ਨਾ ਡਾਕਟਰ ਸਾਹਿਬ। ਪਰ ਡਾਕਟਰ ਸਾਹਿਬ ਇੱਕ ਗੱਲ ਹੈਗੀ ਆ, ਤਿਉਹਾਰ ਤੇ ਗਏ ਆ, ਪਰ ਐਤਕੀ ਨਾ ਜੋ ਹਾਲਾਤ ਹੈਗੇ ਆ, ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਥੋੜਾ ਜਿਹਾ ਇਹਤਿਆਤ ਨਾਲ ਹੀ ਸਾਰਾ ਕੁਝ ਕਰਨਾ। ਇਹ ਨਹੀਂ ਵੀ ਭਾਈ ਕਦੇ ਫਲਾਣੇ ਦੇ ਘਰ ਜਾ ਵੜੋ ਤੇ ਕਦੇ ਫਲਾਣੇ, ਜਿੱਦਾਂ ਆਪਾਂ ਅੱਗੇ ਕਰੀਦਾ ਸੀ, ਬਿਲਕੁਲ ਬਿਲਕੁਲ। ਉਹ ਕੋਸ਼ਿਸ਼ ਨਾ ਕਰ। ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਪਰਿਵਾਰ ਭਲਾਈ ਪਹਿਲਾਂ। ਬਿਲਕੁਲ ਸਹੀ ਗੱਲ ਹੈ। ਠੀਕ ਬਚਾ ਹੈ ਜੀ, ਬਚਾ। ਬਾਕੀ ਸਾਰੇ ਕੰਮ ਵੱਖਰੇ। ਬਿਲਕੁਲ ਸਾਰੇ ਬਾਤ ਆ ਪਰਿਵਾਰ ਭਲਾਈ ਤੋਂ ਯਾਦ ਆਇਆ ਜੀ। ਇਹ ਨਾ ਇੱਕ ਪੰਦਰਵੜਾ ਮਨਾਇਆ ਜਾ ਰਿਹਾ ਜੀ। ਅੱਛਾ, ਹਾਂ, ਪਰਿਵਾਰ ਭਲਾਈ ਤੇ। ਵਾਹ ਜੀ ਵਾਹ। ਜਿਵੇਂ ਆਪਾਂ ਉਹ ਪਿੰਡੂ ਸਵਾਣੀਆਂ ਦਾ ਮਨਾਇਆ ਹਫਤਾ ਪੂਰਾ। ਜੀ ਜੀ ਹੈਂ? ਜੀ ਜੀ। ਇਸੇ ਤਰ੍ਹਾਂ ਪਰਿਵਾਰਾਂ ਦੀ ਭਲਾਈ ਵਾਸਤੇ ਵੀ ਇੱਕ ਪੰਦਰਵਾੜਾ ਯਾਨੀ ਕਿ 15 ਦਿਨ ਦਾ ਹੁੰਦਾ ਹੈ, ਹੈ ਨਾ। ਡਾਕਟਰ ਸਾਹਿਬ ਗੱਲ ਇਹ ਆ ਕਿ ਮੈਂ ਜਦੋਂ ਇਹ ਸਵੇਰੇ ਅਖਬਾਰ 'ਚ ਪੜ੍ਹਿਆ ਨਾ, ਹਾਂਜੀ। ਮੈਨੂੰ ਨਾ ਪੁਰਾਣੇ ਦਿਨ ਯਾਦ ਆ ਗਏ। ਅੱਛਾ ਜੀ। ਪਰਿਵਾਰ ਭਲਾਈ ਲਿਖਿਆ ਸੀ ਨਾ, ਹਾਂਜੀ। ਮੈਨੂੰ ਸਾਂਝੇ ਪਰਿਵਾਰ ਯਾਦ ਆ। ਬਿਲਕੁਲ ਬਿਲਕੁਲ, ਵਾਹ ਮਿੱਠਾ ਸਿੰਘ। ਵਾਹ, ਉਦੋਂ ਦੇਖੋ ਤੁਸੀਂ ਗੱਲ ਇਹ ਹੁੰਦੀ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਕੋਈ ਜੀ ਘਰ ਦਾ ਢਿੱਲਾ ਵੀ ਹੈ ਕਿ ਨਹੀਂ। ਹਾਂਜੀ, ਕਿੰਨੇ ਤਾਂ ਬੰਦੇ ਹੁੰਦੇ ਸੀ, ਆਪਾਂ ਸਾਰੇ ਇਕੱਠੇ ਵੱਡੇ ਵਿਹੜੇ 'ਚ ਰਹਿਣਾ, ਹੈਨਾ। ਇੱਕ ਥਾਂ ਬਣਨਾ, ਇੱਕ ਥਾਂ ਖਾਣਾ, ਸਾਰਾ ਐਨ ਮੌਜਾਂ ਰਲ ਮਿਲ ਕੇ ਰਹਿਣਾ ਜੀ ਸਾਰੇ। ਬਿਲਕੁਲ ਬਿਲਕੁਲ। ਦੇਖੋ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਸੱਜਾ ਹੱਥ ਖੱਬੇ ਨੂੰ ਧੋਂਦਾ ਤੇ ਖੱਬਾ ਸੱਜੇ ਨੂੰ ਧੋਂਦਾ। ਬਿਲਕੁਲ ਬਿਲਕੁਲ। ਇਹ ਸਿਆਣੇ ਐਵੇਂ ਨਹੀਂ ਕਹਿ ਗਏ ਵੀ ਜਿਹੜੇ ਪੁੱਤਰ ਹੁੰਦੇ ਆ ਪਿਓਾਂ ਦੀਆਂ ਬਾਹਾਂ ਹੁੰਦੇ ਆ, ਬਿਲਕੁਲ ਸਹੀ ਗੱਲ ਹੈ ਨਾ। ਪਰ ਹੁਣ ਥੋੜਾ ਜਿਹਾ ਮਤਲਬ ਦਿਲ ਖਰਾਬ ਹੁੰਦਾ ਕਈ ਵਾਰੀ ਇਹ ਸੋਚ ਕੇ ਵੀ ਪਰਿਵਾਰ ਛੋਟੇ ਰਹਿ ਗਏ। ਸਮੇਂ ਦੀ ਚਾਲ ਹੈ ਜੀ, ਸਮੇਂ ਦੀ ਚਾਲ ਹੈ। ਪਰਿਵਾਰ ਛੋਟੇ ਰਹਿਣ ਨਾਲ ਜ਼ਮੀਨਾਂ ਥੋੜੀਆਂ ਹੋ ਗਈਆਂ, ਪਰ ਫੇਰ ਵੀ ਸਾਨੂੰ ਇੱਕ ਦੂਜੇ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ। ਦੇਖੋ ਸਮੇਂ ਦੇ ਹਿਸਾਬ ਨਾਲ ਮਿੱਠਾ ਸਿੰਘ ਜੀ, ਚਾਹੇ ਅਸੀਂ ਇਕਾਈ ਕਹਿਰੇ ਪਰਿਵਾਰ ਹੋ ਗਏ ਆ, ਪਰ ਫੇਰ ਵੀ ਜਿਹੜਾ ਇੱਕ ਦੂਜੇ ਦਾ ਖਿਆਲ ਆ ਨਾ, ਉਹ ਉਦੇ ਰੱਖਣਾ ਚਾਹੀਦਾ। ਆਪਸ ਚ ਬੋਲ ਵਿਗਾੜ ਕਰਕੇ ਇੱਕ ਦੂਜੇ ਨੂੰ ਖਰਾਬ ਨਹੀਂ ਕਰਨਾ ਨਾ। ਹਾਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਆ। ਜੀ। ਜਿਵੇਂ ਮੈਂ ਗੱਲ ਕੀਤੀ ਆ ਵੀ ਸਾਂਝੇ ਪਰਿਵਾਰਾਂ 'ਚ ਤੇ ਪਤਾ ਹੀ ਨਹੀਂ ਸੀ ਲੱਗਦਾ। ਬਿਲਕੁਲ। ਹੁਣ ਇਹ ਆ ਵੀ ਕੰਮ ਤੇ ਉਨੇ ਹੀ ਆ। ਆਹ, ਡਾਕਟਰ ਸਾਹਿਬ ਕੰਮ ਤੇ ਨਹੀਂ ਘਟੇ ਨਾ, ਜੀ ਜੀ ਜੀ, ਹੈ ਨਾ। ਘਰ ਦੇ ਵਿੱਚ ਸਮਿਆਨ ਵੀ ਉਹੀ ਚਾਹੀਦਾ ਤੇ ਬੰਦੇ ਘਟ ਗਏ, ਬੰਦੇ ਘੱਟ ਗਏ। ਰਿਸ਼ਤੇਦਾਰੀਆਂ ਜੀ ਉਵੇਂ ਹੀ ਜਾਣਾ। ਹਾਂ, ਉਦਾਂ ਹੀ ਜਾਣਾ ਪੈਂਦਾ। ਜੀ ਘਟ ਗਏ। ਅੱਗੇ ਪਤਾ ਹੀ ਨਹੀਂ ਸੀ ਹੁੰਦਾ ਜੀ ਕਿ ਤਾਏ ਨੇ ਕੰਮ ਕੀਤਾ ਕਿ ਚਾਚੇ ਨੇ ਕਰਤਾ, ਜਾਂ ਚਾਚੇ ਤਾਏ ਦਾ ਮੁੰਡਾ ਕਰ ਗਿਆ ਕੰਮ, ਪਤਾ ਨਹੀਂ ਸੀ ਲੱਗਦਾ। ਹੁਣ ਤੇ ਡਿਊਟੀਆਂ ਲਾਂਜੇ ਆ, ਆ ਤੇਰੇ ਗੋਚਰੇ, ਆ ਤੇਰੇ ਗੋਚਰੇ, ਆ ਤੇਰੇ ਗੋਚਰੇ, ਆ ਤੇਰੇ, ਤੇ ਜੇ ਨਾ ਹੋਵੇ ਫਿਰ ਲੜਾਈ ਹੁੰਦੀ ਹੈ। ਜਿੱਥੇ ਲੜਾਈ ਉੱਥੇ ਨਹੀਂ ਭਲਾਈ। ਬਿਲਕੁਲ ਸਹੀ ਗੱਲ ਆ। ਅੱਗੇ ਤਾਂ ਇਹ ਆਪਣੇ ਘਰਾਂ ਦੇ ਵਿੱਚ 3-3 4-4 ਜੋਗਾਂ ਘਰ ਦੀਆਂ ਹੋਣੀਆਂ, ਹਨਾ। ਸਵੇਰੇ ਹੀ ਅਸੀਂ ਉਹ ਆਪਣੇ ਜਾ ਕੇ ਤੇ ਖੇਤ ਜੋਤ ਲੈਣੇ, ਹਨਾ। ਟਰੈਕਟਰ ਜਿਨ੍ਹਾਂ ਦੇ ਥਾਂ ਇੱਕ ਪਰਿਵਾਰ ਕੱਢੇ ਹੀ ਲੈਂਦਾ ਹੁੰਦਾ ਸੀ। ਸੋ ਗੱਲ ਇਹੋ ਹੀ ਆ ਜੀ ਕਿ ਇੱਕ ਦੂਜੇ ਦਾ ਧਿਆਨ ਰੱਖਣਾ ਅਸੀਂ ਆਪ ਹੀ ਰੱਖਣਾ। ਜਿਵੇਂ ਹੁਣ ਮੈਂ ਤੁਹਾਡਾ ਧਿਆਨ ਰੱਖਣਾ, ਇਹ ਜਿਹੜਾ ਧਿਆਨ ਤੁਸੀਂ ਰੱਖਦੇ ਆ ਨਾ, ਇਹ ਸਾਨੂੰ ਬਹੁਤ ਫਾਇਦਾ ਦਿੰਦਾ। ਫਾਇਦਾ ਦਿੰਦਾ ਜੀ, ਦਿੰਦਾ। ਇਹ ਆ ਮੰਡੀਆਂ ਦੇ ਭਾਅ। ਠੀਕ ਹੈ, ਇਹ ਜ਼ਿਮੀਦਾਰਾਂ ਨੂੰ ਪਤਾ ਲੱਗੇ ਤੇ ਇਹ ਕਿਹੜੀ ਮੰਡੀ 'ਚ ਕੀ ਭਾਅ ਮਿਲਿਆ, ਇਹਦਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਤੇਜਪਾਲ ਜੀ, ਆਲੂ ਵੀ ਗਿਆ ਜਲੰਧਰ 2000 ਰੁਪਏ ਕੁਇੰਟਲ, ਜੀ ਜੀ। ਅੰਮ੍ਰਿਤਸਰ ਵੀ 2000, ਰਈਆ 2200 ਰੁਪਏ, ਫਗਵਾੜੇ 2600 ਤੇ 35 ਰੁਪਏ ਭਾਅ ਰਿਹਾ ਜੀ, ਅਬੋਰ 2800 ਤੇ 45 ਰੁਪਏ, ਮੁਕਤਸਰ 1700 ਰੁਪਏ ਆਲੂ। ਆਲੂ ਠੀਕ ਆ ਜੀ।
ਤੇ ਗੱਠੇ ਵਿਕੇ ਆ ਜੀ ਜਲੰਧਰ 3500 ਰੁਪਏ, ਜੀ ਅੰਮ੍ਰਿਤਸਰ 2600 ਰੁਪਏ, ਰਈਆ 2800 ਰੁਪਏ, ਫਗਵਾੜੇ 3600 ਤੇ 64 ਰੁਪਏ, ਅਬੋਹਰ 3255 ਰੁਪਏ ਤੇ ਮੁਕਤਸਰ ਗੰਡਿਆਂ ਦਾ ਭਾਅ ਰਿਹਾ ਜੀ 2500 ਰੁਪਏ 2500 ਰੁਪਏ ਕੁਇੰਟਲ। ਠੀਕ ਆ ਜੀ, ਠੀਕ ਆ ਟਮਾਟਰ ਅੱਜ ਵਿਕਿਆ ਜੀ ਜਲੰਧਰ 2000 ਰੁਪਏ, ਜੀ ਅੰਮ੍ਰਿਤਸਰ 2300 ਰੁਪਏ, ਰਈਆ 2700 ਰੁਪਏ, ਫਗਵਾੜਾ 3000 ਰੁਪਏ, ਜੀ ਅਬੋਹਰ 2700 ਤੇ 50 ਰੁਪਏ ਜੀ ਤੇ ਮੁਕਤਸਰ 2250 ਰੁਪਏ। ਠੀਕ ਹੈ, ਲਾਲ ਲਾਲ ਟਮਾਟਰ ਲਾਲ ਲਾਲ। ਆਹ ਬੈਂਗਣ ਅੱਜ ਵਿਕਿਆ ਜੀ ਜਲੰਧਰ 1400 ਰੁਪਏ ਕੁਇੰਟਲ, ਜੀ ਜੀ ਅੰਮ੍ਰਿਤਸਰ 700 ਰੁਪਏ, ਰਈਆ 1800 ਰੁਪਏ, ਜੀ ਫਗਵਾੜੇ 900 ਰੁਪਏ, ਅਬੋਹਰ 1100 ਤੇ 40 ਰੁਪਏ, ਜੀ ਮੁਕਤਸਰ 900 ਰੁਪਏ। ਬੈਂਗਣ ਠੀਕ ਆ ਜੀ ਕੀਆ ਆਹ ਜਲੰਧਰ 1250 ਰੁਪਏ, ਰਈਆ 2000 ਰੁਪਏ, ਫਗਵਾੜਾ 1200 ਰੁਪਏ, ਅਬੋਹਰ 1600 ਤੇ 55 ਰੁਪਏ ਜੀ ਜੀ ਤੇ ਮੁਕਤਸਰ ਭਾਅ ਰਿਹਾ ਜੀ 1200 ਤੇ 50 ਰੁਪਏ। ਕੀ ਆ ਕੱਦੂ ਇਹ ਤੇ ਸੀ ਜੀ ਮੰਡੀਆਂ ਦੇ ਭਾਅ ਬਿਲਕੁਲ ਹੈ। ਆਹ ਹੁਣ ਡਾਕਟਰ ਸਾਹਿਬ ਦੇ ਗੋਚਰੇ ਜਿਹੜਾ ਅਸੀਂ ਕੰਮ ਲਾਇਆ, ਡਾਕਟਰ ਸਾਹਿਬ ਆਏ ਆ ਹੈ ਉਚੇਚੇ ਤੌਰ ਤੇ। ਜੀ ਜੀ ਇਹ ਡਾਕਟਰ ਸਾਹਿਬ ਗੱਲ ਇਹ ਆ ਹਾਂਜੀ ਕਿ ਪਰਾਲੀ ਦੀ ਜਿਹੜੀ ਆ ਇਹ ਸਾਡੀ ਡੇਅਰੀ ਕਿੱਤੇ 'ਚ ਵਰਤੋਂ ਬਿਲਕੁਲ ਖਾਸ ਤੌਰ ਤੇ, ਜੀ ਜੀ ਕਿਉਂਕਿ ਪਰਾਲੀ ਦੀ ਆਪਣੇ ਇੱਥੇ ਬਹੁਤਿਆਤ ਬਹੁਤ ਆ ਹੂੰ ਹੈ। ਇਹ ਜਿੱਥੇ ਅਸੀਂ ਹੁਣ ਇਹ ਇੱਕ ਦੂਜੇ ਨਾਲ ਇਹ ਕੰਮ ਕਰਕੇ ਸਲਾਹ ਕਰਦੇ ਆ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ। ਅੱਗੇ ਅੱਗ ਲਾਉਂਦੇ ਸੀ ਤੇ ਪਰਾਲੀ ਜਿਹੜੀ ਹੈ ਸਾਂਭੀ ਜਾਂਦੀ ਸੀ ਕਿਸੇ ਤਰੀਕੇ ਜੀ। ਦੀ, ਪਰ ਹੁਣ ਨਹੀਂ। ਆਹ ਹੁਣ ਤੇ ਇਹ ਸਾਂਭਣ ਵਾਲੀ ਗੱਲ ਆ, ਅੱਗ ਲਾਉਣ ਵਾਲੀ ਗੱਲ ਰਹੀ ਨਹੀਂ। ਜੇ ਪਰਾਲੀ ਨੂੰ ਸਾੜੋਗੇ ਤੇ ਆਪਣੀ ਸਿਹਤ ਖਰਾਬ ਕਰੋਗੇ, ਬਿਲਕੁਲ ਜ਼ਮੀਨ ਦੀ ਸਿਹਤ ਖਰਾਬ ਕਰੋਗੇ, ਬਿਲਕੁਲ ਹੈ ਨਾ। ਤੇ ਪਰਾਲੀ ਨੂੰ ਸਾਂਭਣ ਦੀ ਜ਼ਰੂਰਤ ਜਿਹੜੀ ਆ ਇਹ ਸਾਨੂੰ ਕਿਉਂ ਆ, ਇਹਦੀ ਕੀ ਲੋੜ ਸਾਡੀ ਵਧੀ ਆ? ਹਾਂਜੀ ਇਸ ਤਰ੍ਹਾਂ ਮਿੱਠਾ ਸਿੰਘ ਜੀ, ਪੰਜਾਬ ਜਿਹੜਾ ਹੈਗਾ ਉਹ ਝੋਨਾ ਪੈਦਾ ਕਰਨ ਵਾਲਾ ਇੱਕ ਟ੍ਰੈਡੀਸ਼ਨਲ ਏਰੀਆ ਨਹੀਂ ਸੀ ਜੀ ਜੀ ਪਰ ਹੁਣ ਆਪਣਾ ਪਿਛਲੇ 40 ਕੁ ਸਾਲਾਂ ਤੋਂ ਤਕਰੀਬਨ ਇੱਥੇ ਜਿਹੜਾ ਅੱਜ ਦੀ ਡੇਟ 'ਚ ਆ ਤਕਰੀਬਨ 30 ਕੁ ਲੱਖ ਹੈਕਟੇਅਰ, ਇਸ ਸਾਲ ਥੋੜਾ ਘਟਿਆ, ਸਾਲਾਨਾ ਝੋਨਾ ਪੈਦਾ ਹੁੰਦਾ। ਤੇ ਉਹਦੀ ਜਿਹੜੀ ਪਰਾਲੀ ਆ ਸਾਡੀ ਜਿਹੜੀ ਵਰਤੋਂ ਦੇ ਵਿੱਚ ਅਸੀਂ, ਕਿਉਂਕਿ ਸਾਡਾ ਪੁਰਾਣਾ ਕਲਚਰ ਨਹੀਂ ਹੈਗਾ ਉਹਨੂੰ ਵਰਤੋਂ 'ਚ ਲਿਆਉਣ ਦਾ, ਤੇ ਇਸ ਕਰਕੇ ਉਹ ਪਰਾਲੀ ਨੂੰ ਲੋਕ ਸਾੜ ਦਿੰਦੇ ਸੀ, ਜਿਹੜਾ ਕਿ ਬਹੁਤ ਨੁਕਸਾਨਦਾਇਕ ਆ। ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਆਪਣੇ 20 ਮਿਲੀਅਨ ਟਨ ਪਰਾਲੀ ਹੁੰਦੀ ਆ ਪੰਜਾਬ ਦੇ ਵਿੱਚ, ਬੱਲੇ ਬੱਲੇ। ਤੇ ਉਹਦੇ ਵਿੱਚੋਂ ਜੇ ਅਸੀਂ ਸਾਰੀ ਨੂੰ ਕਹਿ ਲਓ ਵੀ ਜੇ ਅਸੀਂ ਅੱਗ ਲਾਤੀ ਉਹਦਾ 6 ਮਿਲੀਅਨ ਟਨ ਤੱਕ ਕਾਰਬਨ ਹਵਾ ਚਲੇ ਜਾਣੀ ਆ, ਜਿਹੜੀ ਕਿ ਬਹੁਤ ਪ੍ਰਦੂਸ਼ਣ ਕਰਦੀ ਆ। ਜੀ ਜੀ ਤੇ 77,000 ਟਨ ਉਹਦੀ ਨਾਈਟ੍ਰੋਜਨ ਆ ਜਿਹੜੀ ਨਸ਼ਟ ਹੋ ਜਾਣੀ ਆ, ਜਿਹੜੀ ਕਿ ਅਸੀਂ ਉਹਨੂੰ ਜਾਂ ਤਾਂ ਜ਼ਮੀਨ 'ਚ ਖਾਦ ਬਣਾ ਕੇ ਵਰਤ ਸਕਦੇ ਹਾਂ ਜਾਂ ਪਸ਼ੂਆਂ ਦੇ ਵਿੱਚ ਖੁਰਾਕ ਦੇ ਵਿੱਚ ਤੌਰ ਤੇ ਵਰਤ ਸਕਦੇ ਹਾਂ। ਤੇ ਪਰਾਲੀ ਸਾੜਨ ਦਾ ਜਿਹੜਾ ਬਹੁਤ ਨੁਕਸਾਨ ਆ, ਜੀ ਨਾ ਸਿਰਫ ਵਾਤਾਵਰਣ ਦੇ ਤੌਰ ਤੇ ਬਲਕਿ ਸਿਹਤ ਦੇ ਤੌਰ ਤੇ ਵੀ। ਜੀ ਜੀ ਜਿਹੜਾ ਮੇਰਾ ਜਿਹੜਾ ਵਿਸ਼ਾ ਪਸ਼ੂ ਆਹਾਰ, ਪਰਾਲੀ ਨੂੰ ਕਿਸ ਤਰ੍ਹਾਂ ਪਸ਼ੂਆਂ ਨੂੰ ਖਿਲਾਉਣ ਲਈ ਜਾਂ ਉਹਨਾਂ ਦੀ ਬੈਡਿੰਗ ਲਈ ਵਰਤਣਾ, ਇਹ ਵੀ ਇੱਕ ਬਹੁਤ ਵਧੀਆ ਤਰੀਕੇ ਨਾਲ ਅਸੀਂ ਵਰਤ ਸਕਦੇ ਹਾਂ ਪਰਾਲੀ ਨੂੰ, ਤੇ ਉਹਦੇ ਤੋਂ ਇੱਕ ਵਧੀਆ ਉਤਪਾਦਨ, ਦੁੱਧ ਉਤਪਾਦਨ ਕਰ ਸਕਦੇ ਹਾਂ, ਉਹਦੇ ਤੋਂ ਮੀਟ ਉਤਪਾਦਨ ਬਫਲੋ ਦਾ ਜਿਹੜਾ ਮੱਝਾਂ ਦਾ ਹੈਗਾ ਉਹ ਕਰ ਸਕਦੇ ਹਾਂ। ਜੀ ਜੀ ਤੇ ਇੱਕ ਬਹੁਤ ਫਾਇਦੇਮੰਦ ਇੱਕ ਚੀਜ਼ ਫਾਇਦੇਮੰਦ ਆ। ਹਾਂਜੀ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਵਿਸ਼ੇ ਤੇ ਜੇ ਤੁਸੀਂ ਸਾਨੂੰ ਕੋਈ ਸਵਾਲ ਕਰਨਾ ਤੇ ਸਾਨੂੰ ਟੈਲੀਫੋਨ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈ 0181 281 42 61, 0181 281 42 64। ਪਰਾਲੀ ਦੀ ਜਿਹੜੀ ਸਾਡੀ ਡੇਅਰੀ ਕਿੱਤਾ ਹੈ ਉਹਦੇ 'ਚ ਵਰਤੋਂ ਡਾਕਟਰ ਸਾਹਿਬ ਸਾਡੇ ਕੋਲ ਆਏ ਹੋਏ ਆ, ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ। ਅੱਛਾ ਡਾਕਟਰ ਸਾਹਿਬ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਵੀ ਪਰਾਲੀ ਆਪਾਂ ਜਿਹੜੀ ਆ ਉਹ ਪਸ਼ੂਆਂ ਦੇ ਚਾਰੇ ਦੇ ਵਿੱਚ ਵਰਤ ਸਕਦੇ ਆ, ਹਾਂਜੀ ਹਨਾ। ਹਾਂਜੀ ਹੁਣ ਇਹ ਗੱਲ ਹੈਗੀ ਆ ਵੀ ਪਰਾਲੀ ਤੇ ਆਪਣੇ ਕੋਲ ਬਹੁਤ ਆ ਤੇ ਆਪਾਂ ਸਾਰੀ ਪਰਾਲੀ ਵਰਤ ਲਈਏ? ਨਹੀਂ ਤੇਜਪਾਲ ਜੀ, ਗੱਲ ਇਸ ਤਰ੍ਹਾਂ ਵਾ ਕਿ ਪਰਾਲੀ ਆਪਾਂ ਪਸ਼ੂਆਂ ਨੂੰ ਖਿਲਾ ਸਕਦੇ ਹਾਂ, ਲੇਕਿਨ ਜੇ ਆਪਾਂ ਪਰਾਲੀ ਦੇ ਵਿੱਚ ਜਿਹੜੇ ਥੋੜੇ ਬਹੁਤੇ ਉਹਦੇ ਨੁਕਸਾਨਦਾਇਕ ਤੱਤ ਨੇ, ਜੇ ਉਹਦੀ ਗੱਲ ਨਹੀਂ ਕਰਾਂਗੇ ਤਾਂ ਆਪਾਂ ਉਹ ਇੱਕ ਗਲਤ ਗੱਲ ਹੋਊਗੀ। ਠੀਕ ਆ। ਪਰਾਲੀ ਦੇ ਵਿੱਚ 2-3 ਜਿਹੜੇ ਹੁੰਦੇ ਆ ਨੁਕਸਾਨਦਾਇਕ ਤੱਤ, ਨੁਕਸਾਨਦਾਇਕ ਨਹੀਂ ਮੈਂ ਕਹਾਂਗਾ, ਉਹ ਇੱਕ ਜਿਹੜੇ ਪਸ਼ੂ ਨੂੰ ਫਾਇਦਾ ਨਹੀਂ ਦਿੰਦੇ। ਅੱਛਾ ਜੀ। ਉਹਦੇ ਵਿੱਚ ਇੱਕ ਤਾਂ ਸਿਲੀਕਾ। ਅੱਛਾ ਜੀ। ਉਹ ਸਿਲੀਕਾ ਤੂੜੀ ਨਾਲੋਂ ਪਰਾਲੀ 'ਚ ਕਾਫੀ ਜ਼ਿਆਦਾ ਹੁੰਦਾ, 5 ਤੋਂ ਲੈ ਕੇ 15% ਤੱਕ, ਐਵਰੇਜ ਜਿਹੜੀ 7-8% ਹੁੰਦੀ ਆ, ਜਿਹੜਾ ਕਿ ਹਜਮ ਨਹੀਂ ਹੁੰਦਾ। ਤੂੜੀ ਦੇ ਵਿੱਚ ਇਹ 3 ਤੋਂ 4%, ਵੱਧ ਤੋਂ ਵੱਧ 5 ਹੁੰਦਾ, ਪਰਾਲੀ 'ਚ 5 ਸ਼ੁਰੂ ਹੁੰਦਾ ਜੀ। ਦੂਸਰਾ, ਪਰਾਲੀ ਦੇ ਵਿੱਚ ਥੋੜਾ ਜਿਹਾ ਸਿਲੀਨੀਅਮ ਤੂੜੀ ਨਾਲੋਂ ਜ਼ਿਆਦਾ ਹੁੰਦਾ, ਲੇਕਿਨ ਸਿਲੀਨੀਅਮ ਆ ਜਿਹੜਾ ਉਹ ਇੰਨਾ ਵੀ ਜ਼ਿਆਦਾ ਨਹੀਂ ਹੈਗਾ ਕਿ ਪਸ਼ੂ ਨੂੰ ਨੁਕਸਾਨ ਕਰੇ। ਹੁਣ ਜੇ ਆਪਾਂ ਪਰਾਲੀ ਨੂੰ ਪਸ਼ੂਆਂ ਨੂੰ ਇੱਕ ਸੰਤੁਲਿਤ ਆਹਾਰ ਦੇ ਇੱਕ ਹਿੱਸੇ ਵਜੋਂ ਖਿਲਾਵਾਂਗੇ, ਜਿਹਦੇ ਵਿੱਚ ਹਰਾ ਚਾਰਾ ਵੀ ਆ, ਵੰਡ ਵੀ ਆ, ਫਿਰ ਪਸ਼ੂ ਨੂੰ ਪਰਾਲੀ ਕੋਈ ਨੁਕਸਾਨ ਨਹੀਂ ਕਰੇਗੀ।
3 ਤੋਂ 4 ਕਿਲੋ ਵੱਧ ਤੋਂ ਵੱਧ ਪਰਾਲੀ ਇੱਕ ਪਸ਼ੂ ਨੂੰ ਆਪਾਂ ਖਿਲਾਵਾਂਗੇ ਬਿਲਕੁਲ ਕੋਈ ਨੁਕਸਾਨ ਨਹੀਂ ਕਰੂਗੀ। ਬਲਕਿ ਹਾਂਜੀ ਇੱਕ ਦਿਨ ਦਾ, ਬਲਕਿ ਉਹਦੇ ਨਾਲ ਜਿਹੜੀ ਸਾਡੀ ਲਾਗਤ ਖਰਚਾ ਉਹ ਘਟੇਗਾ ਜੀ। ਪਰਾਲੀ ਜਿਹੜੀ ਹੁਣ ਆ, ਜੇ ਕਿਸਾਨ ਵੀਰ ਆਪ ਮਿਹਨਤ ਕਰਨ ਤਾਂ ਮੁਫਤ ਮਿਲ ਜੂਗੀ, ਜੇ ਮੁੱਲ ਵੀ ਲੈਣੀ ਆ 125 ਰੁਪਏ ਕੁਇੰਟਲ ਮਿਲ ਜਾਂਦੀ ਆ, ਤੂੜੀ ਆ 450 500 ਰੁਪਏ ਕੁਇੰਟਲ ਆ। ਲਾਗਤ ਖਰਚਾ ਜਿਹੜਾ ਉਹ ਡੇਅਰੀ ਦਾ ਘਟਾ ਸਕਦੇ ਆ ਪਰਾਲੀ ਨੂੰ ਇੱਕ ਸਮਝਦਾਰ ਤਰੀਕੇ ਨਾਲ ਵਰਤ ਕੇ। ਜੀ 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 ਡਾਕਟਰ ਸਾਹਿਬ ਗੱਲ ਤੁਸੀਂ ਕੀਤੀ ਆ ਬਈ ਪਾ ਤੇ ਸਕਦੇ ਆ ਅਸੀਂ ਪਸ਼ੂਆਂ ਬਿਲਕੁਲ ਪਾ ਸਕਦੇ ਹਾਂ, ਬਿਲਕੁਲ ਪਾ ਉਹਦੇ 'ਚ ਥੋੜਾ ਸੁਧਾਰ ਕਰ ਹਾਂਜੀ ਹਾਂਜੀ ਹੈ ਨਾ। ਇੱਕ ਟੈਲੀਫੋਨ ਆਇਆ ਸਾਡੇ ਕੋਲ, ਅਸੀਂ ਪਹਿਲਾਂ ਉਹ ਸੁਣ ਲਈਏ ਫਿਰ ਗੱਲਾਂ ਕਰਦੇ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਕੌਣ ਸਾਹਿਬ ਬੋਲਦੇ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਲਬੀਰ ਸਿੰਘ ਬੋਲਦਾ ਜੀ ਪਿੰਡ ਢੱਡਿਆਂ ਤੋਂ। ਹੈਲੋ, ਹਾਂਜੀ, ਬਲਬੀਰ ਸਿੰਘ ਬੋਲਦਾ ਜੀ ਪਿੰਡ ਢੱਡਿਆਂ ਤੋਂ। ਹਾਂਜੀ, ਕੀ ਸਵਾਲ ਕੀ ਹੈ ਜੀ? ਅਸੀਂ ਪਰਾਲੀ ਬਾਰੇ ਪੁੱਛਣਾ ਚਾਹੁੰਦੇ ਜੀ, ਪਸ਼ੂਆਂ ਨੂੰ ਪਾਉਣੀ ਹੋਵੇ ਕਿਹੜੇ ਤਰੀਕੇ ਨਾਲ ਪਾ ਸਕਦੇ, ਕਿਵੇਂ ਬਣਾ ਰਹੇ? ਜੀ 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 ਬਿਲਕੁਲ ਡਾਕਟਰ ਸਾਹਿਬ, ਇਹੋ ਹੀ ਗੱਲ, ਇਹੀ ਵਿਸ਼ਾ ਸਾਡਾ ਜੀ। ਬਿਲਕੁਲ ਵੀ ਜੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਤਾਂ ਹੀ ਸਾਡੀ ਜਿਹੜੀ ਗੱਲ ਦਾ ਅਸਰ ਦੂਜਿਆਂ ਤੇ ਪਹੁੰਚੇਗਾ, ਤਾਂ ਹੀ ਹੱਲ ਨਿਕਲੇਗਾ। ਹਾਂ, ਇਹਨਾਂ ਨੇ ਸਵਾਲ ਕੀਤਾ ਆ ਵੀ ਜੇ ਅਸੀਂ ਪਸ਼ੂਆਂ ਨੂੰ ਪਾਈਏ, ਇਹੋ ਹੀ ਗੱਲ ਅਸੀਂ ਪਹਿਲੇ ਵੀ ਕਰਦੇ ਪਏ ਸੀ, ਤੇ ਕਿਸ ਤਰੀਕੇ ਨਾਲ ਪਾਣੀ ਚਾਹੀਦੀ ਹੈ, ਯਾਨੀ ਕਿ ਜਿਹੜੇ ਇਹਦੇ ਮਾੜੇ ਪ੍ਰਭਾਵ ਜਿਹੜੇ ਤੁਸੀਂ ਸਾਨੂੰ ਦੱਸਿਆ ਉਹ ਦੂਰ ਹੋ ਕੇ ਕੀ ਤਰੀਕਾ ਕੀ ਆ? ਹਾਂਜੀ, ਇਸ ਤਰ੍ਹਾਂ ਕਿ ਪਰਾਲੀ ਦੋ ਤਰੀਕੇ ਨਾਲ ਵਰਤ ਸਕਦੇ ਆ। ਪਹਿਲਾ ਤਾਂ ਹੈ ਕਿ ਉਹਨੂੰ ਟੋਕਾ ਕਰਕੇ ਆਪਾਂ ਚਾਰੇ 'ਚ ਰਲਾ ਕੇ, ਹਰੇ ਚਾਰੇ 'ਚ ਉਸ ਤਰ੍ਹਾਂ ਵਰਤ ਸਕਦੇ ਆ। ਦੂਸਰਾ ਹੈਗਾ ਯੂਰੀਏ ਨਾਲ ਸੋਧ ਕੇ। ਯੂਰੀਏ ਨਾਲ ਸੋਧਣ ਨਾਲ ਜਿਹੜੀ ਪਰਾਲੀ ਹਜਮ ਹੋਣ ਦੀ ਦਰ ਆ, ਜੇ ਬਿਨਾਂ ਸੋਧੀ ਹੋਈ 40% ਆ ਤਾਂ ਸੋਧ ਕੇ 55% ਤੱਕ, ਤਕਰੀਬਨ 30-35% ਆ ਜਿਹੜੀ ਉਹ ਵੱਧ ਜਾਂਦੀ ਆ। ਤੇ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਤਕਰੀਬਨ ਦੁੱਗਣੀ ਹੋ ਜਾਂਦੀ ਆ। ਤੇ ਇੱਕ ਪਸ਼ੂ ਆ ਜਿਹੜਾ ਉਹ ਜੇ 5 ਕਿਲੋ ਮੱਝ ਦੁੱਧ ਦੇ ਰਹੀ ਆ ਤਾਂ ਉਹ ਯੂਰੀਏ ਨਾਲ ਸੋਧੀ ਪਰਾਲੀ ਨਾਲ ਤਕਰੀਬਨ 6.5 ਕਿਲੋ 1.5 ਕਿਲੋ ਦੁੱਧ ਉਹਦਾ ਵੱਧ ਜਾਏਗਾ ਜੀ, ਬਿਨਾਂ ਹੋਰ ਕੋਈ ਖਰਚੇ ਤੋਂ। ਹੁਣ ਯੂਰੀਏ ਨਾਲ ਸੋਧਣ ਦਾ ਇੱਕ ਤਰੀਕਾ ਮੈਂ ਜਲਦੀ ਦੇਣੇ ਦੱਸ ਦਿੰਦਾ ਕਿ 3.5 ਕਿਲੋ ਯੂਰੀਆ 50 ਕਿਲੋ ਪਾਣੀ 'ਚ ਘੋਲ ਕੇ 1 ਕੁਆਂਟਲ ਕੁਤਰੀ ਹੋਈ ਸੁੱਕੀ ਪਰਾਲੀ ਦੇ ਨਾਲ ਉਹਨੂੰ ਮਿਲਾ ਕੇ ਮਿਕਸ ਕਰਨਾ ਤੇ ਉਹਨੂੰ 9 ਦਿਨ ਲਈ ਇੱਕ ਖੂੰਜੇ ਵਿੱਚ ਨੱਪ ਕੇ ਰੱਖਣਾ। 9 ਦਿਨ ਬਾਅਦ ਆਪਾਂ ਉਹਨੂੰ ਤਿਆਰ ਆ, ਉਹਨੂੰ ਉਨੀ ਕੁ ਫੁੱਲੋ ਜਿੰਨੀ ਕੁ ਖੜਾਉਣੀ ਆ। ਜੀ ਜੀ ਹਾਂਜੀ, ਜੇ ਤੁਸੀਂ ਯੂਰੀਆ ਨਾਲ ਨਹੀਂ ਸੋਧਣੀ, ਅਸੀਂ ਤਾਂ ਸਿਫਾਰਿਸ਼ ਕਰਦੇ ਹਾਂ ਕਿ ਯੂਰੀਆ ਨਾਲ ਸੋਧ ਕੇ ਪਰਾਲੀ ਪਾਓ। ਯੂਰੀਆ ਨਾਲ ਨਹੀਂ ਸੋਧਣੀ, ਜੇ ਪਸ਼ੂ ਬਹੁਤ ਜ਼ਿਆਦਾ ਆ ਜਾਂ ਲੇਬਰ ਦੀ ਕੋਈ ਘਾਟ ਆ, ਤਾਂ ਅਸੀਂ ਇਹ ਸਿਫਾਰਿਸ਼ ਕਰਦੇ ਹਾਂ ਕਿ ਇੱਕ ਤਾਂ ਉਹਨੂੰ ਵੰਡ ਆ ਜਿਹੜਾ ਉਹ ਸੰਤੁਲਿਤ ਹੋਵੇ, ਦੂਸਰਾ ਧਾਤਾਂ ਦਾ ਚੂਰਾ ਜਿਹੜਾ ਪਰਾਲੀ ਦੇ ਨਾਲ ਪਾਉਣਾ ਬਹੁਤ ਹੀ ਜ਼ਰੂਰੀ ਆ। ਵੈਸੇ ਸਾਡੀ ਸਿਫਾਰਿਸ਼ ਆ ਕਿ ਹਰ ਪਸ਼ੂ ਨੂੰ ਧਾਤਾਂ ਦਾ ਚੂਰਾ ਹਰ ਸਮੇਂ ਪੈਣਾ ਚਾਹੀਦਾ, ਲੇਕਿਨ ਪਰਾਲੀ ਨਾਲ ਹੋਰ ਵੀ ਜ਼ਰੂਰੀ ਹੋ ਜਾਂਦਾ। ਉਹਦੇ ਮਾੜੇ ਜਿਹੜੇ ਸਲੀਨੀਅਮ ਦੇ ਅਸਰ ਆ ਜਾਂ ਉਹਦੇ ਵਿੱਚ ਆਕਜ਼ਾਲੇਟ ਆ, ਉਹਦੇ ਅਸਰ ਨੂੰ ਖਤਮ ਕਰਨ ਲਈ ਧਾਤਾਂ ਦਾ ਚੂਰਾ ਜਿਹੜਾ ਇੱਕ ਵਰਦਾਨ ਸਿੱਧ ਹੁੰਦਾ, ਉਹ ਜ਼ਰੂਰ ਪਾਉਣਾ। 100 ਗ੍ਰਾਮ ਪ੍ਰਤੀ ਪਸ਼ੂ, ਦੁਧਾਰੂ ਪਸ਼ੂ ਨੂੰ ਜ਼ਰੂਰ ਪਾਉਣਾ, ਉਹਦੇ ਨਾਲ ਕੋਈ ਮਾੜਾ ਅਸਰ ਨਹੀਂ ਹੋਊਗਾ। 3 ਤੋਂ 4 ਕਿਲੋ ਪਰਾਲੀ ਬਿਲਕੁਲ ਪਾਓ। ਵੈਸੇ ਜੇ ਦੇਖਿਆ ਜਾਏ ਤੇ ਮਾੜੇ ਅਸਰ ਦੀ ਆਪਾਂ ਗੱਲ ਕੀਤੀ ਆ, ਕੀ ਪਸ਼ੂ ਤੇ ਮਾੜਾ ਅਸਰ ਕੀ ਹੋ ਸਕਦਾ ਜੇ ਅਸੀਂ ਮਤਲਬ ਇਹਨੂੰ ਸੁਧਾਰ ਕੇ ਨਾ ਪਾਈਏ? ਹਾਂਜੀ, ਇਸ ਤਰ੍ਹਾਂ ਕਿ ਪਰਾਲੀ ਦੇ ਵਿੱਚ ਪਹਿਲਾਂ ਤੋਂ ਜਿਹੜੀ ਧਾਰਨਾ ਨਹੀਂ ਮੈਂ ਕਹਾਂਗਾ, ਕੁਝ ਪ੍ਰੋਬਲਮ ਸੀਗੀਆਂ 70 ਦੇ ਵਿੱਚ ਜਦੋਂ ਝੋਨੇ ਦੀ ਕਾਸ਼ਤ ਸ਼ੁਰੂ ਹੋਈ, ਲੋਕਾਂ ਨੇ ਪਰਾਲੀ ਪਾਈ ਤੇ ਕਈ ਜਗ੍ਹਾ ਇਹ ਰਿਪੋਰਟ ਹੋਈਆਂ ਕਿ ਪਸ਼ੂਆਂ ਦੇ ਵਿੱਚ ਇੱਕ ਡੈਗਨਾਲਾ ਡਿਜ਼ੀਜ਼ ਆ, ਬਿਮਾਰੀ ਆ ਕਿ ਉਹ ਖੁਰ ਖਰਾਬ ਹੁੰਦੇ ਆ, ਪੂੰਛ ਵਿੱਚ ਪਿੱਛੋਂ ਸੜਦੀ ਆ, ਜ਼ਹਿਰਵਾਦ ਕਹਿੰਦੇ, ਜ਼ਹਿਰਵਾਦ ਪਰਾਲੀ ਦਾ। ਉਹ ਉਦੋਂ 70 ਦੇ ਦਹਾਕੇ 'ਚ ਕੁਝ ਪ੍ਰੋਬਲਮਸ ਆਈਆਂ, ਉਹਦੇ ਬਾਰੇ PAU ਉਦੋਂ ਹੁੰਦੀ ਸੀ, ਉਹਨਾਂ ਨੇ ਥੋੜ੍ਹੇ ਰਿਸਰਚ ਕੀਤੀ ਤੇ ਪਤਾ ਲੱਗਿਆ ਵੀ ਸ਼ਾਇਦ ਇਹ ਸਲੀਨੀਅਮ ਜ਼ਿਆਦਾ ਹੋਣ ਕਰਕੇ ਹੋ ਰਿਹਾ। ਲੇਕਿਨ ਪਿਛਲੇ 25-30 ਸਾਲ ਤੋਂ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਹੈਗੀ ਜੀ। ਸਾਡੀਆਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਬਹੁਤ ਫਸਲੀ ਚੱਕਰ ਨਾਲ, ਸਿੰਜਾਈ ਨਾਲ ਸਲੀਨੀਅਮ ਵੈਸੇ ਲੀਚ ਹੋ ਗਿਆ, ਘਟ ਗਿਆ। ਹੁਣ ਪਰਾਲੀ 'ਚ ਸਲੀਨੀਅਮ ਜ਼ਿਆਦਾ ਨਹੀਂ ਹੈਗਾ, ਉਹਦਾ ਕੋਈ ਜ਼ਹਿਰਵਾਦ ਦਿਖਦਾ ਨਹੀਂ ਹੈਗਾ। ਤੁਸੀਂ ਗੁੱਜਰ ਦੇਖੇ ਹੋਣਗੇ ਪਰਾਲੀ ਪਾਉਂਦੇ ਆ, ਕੋਈ ਮਾੜਾ ਅਸਰ ਨਹੀਂ ਹੁੰਦਾ। ਹਾਂ, ਸਾਵਧਾਨੀ ਲਈ ਜਿਸ ਤਰ੍ਹਾਂ ਮੈਂ ਦੱਸਿਆ ਕਿ ਜੇ ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਅਸੀਂ ਨਾਲ ਪਾਉਂਦੇ ਉਹਦਾ ਕੋਈ ਮਾੜਾ ਅਸਰ ਨਹੀਂ ਹੁੰਦਾ, ਬਿਲਕੁਲ ਮਾੜਾ ਅਸਰ ਨਹੀਂ ਹੁੰਦਾ। ਹਾਂ, ਇੱਕ ਧਿਆਨ ਰੱਖਣਾ ਕਿ ਜਿਹੜਾ ਧਾਤਾਂ ਦਾ ਚੂਰਾ ਉਹ ਬਿਲਕੁਲ ਨਾਰਮਲ ਨੌਨ ਚਿਲੇਟਡ ਪਾਉਣਾ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਚਿਲੇਟਡ ਮਿਨਰਲ ਮਿਕਸਚਰ ਦੇ ਨਾਂ ਤੇ ਬਹੁਤ ਵਿਕ ਰਿਹਾ, ਉਹ ਪਰਾਲੀ ਦੇ ਜ਼ਹਿਰਵਾਦ ਨੂੰ ਦੂਰ ਨਹੀਂ ਕਰੂਗਾ ਕਿਉਂਕਿ ਉਹ ਸਲਫਰ ਘੱਟ ਆ। ਜਿਹੜਾ ਨੌਨ ਚਿਲੇਟਡ ਆ, ਜਿਵੇਂ ਯੂਨੀਵਰਸਿਟੀ ਵੀ ਤੁਸੀਂ ਲੈ ਸਕਦੇ ਹੋ, ਸਾਡੀ ਯੂਨੀਵਰਸਿਟੀ ਸੇਲ ਕਰਦੀ ਆ, ਜਾਂ ਆਮ ਕੋਈ ਵਧੀਆ ਕੁਆਲਿਟੀ ਦਾ ਮਿਨਰਲ ਮਿਕਸਚਰ ਨੌਨ ਚਿਲੇਟਡ ਨਾ ਹੋਵੇ, ਉਹ ਪਾਓ ਤਾਂ ਮਾੜਾ ਅਸਰ ਨਹੀਂ ਹੋਊਗਾ ਪਰਾਲੀ ਦਾ ਬਿਲਕੁਲ ਜੀ। ਜੀ ਜੀ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਆ ਵੀ ਵੈਸੇ ਤੇ ਤੁਸੀਂ ਦੱਸਿਆ ਵੀ ਆਪਣੇ ਕੋਈ ਇਦਾਂ ਦੀ ਪ੍ਰੋਬਲਮ ਹੈ ਨਹੀਂ ਆ ਜਿਹੜੀ ਡਿਗਨਾਲ ਜਾਂ ਆਪਾਂ ਜ਼ਹਿਰਵਾਦ ਕਹਿ ਦਈਏ ਪਰਾਲੀ ਦਾ, ਪਰ ਫਿਰ ਵੀ ਇਹਦਾ ਖਿਆਲ ਰੱਖਣਾ ਤਾਂ ਜ਼ਰੂਰੀ ਹੈਗਾ। ਇਹਤਿਆਤ ਤੇ ਬਹੁਤ ਲਾਜ਼ਮੀ ਆ। ਹੁਣ ਜੇ ਆਪਾਂ ਸੋਚੀਏ ਵੀ ਉਹ ਹੋ ਗਿਆ ਪਸ਼ੂ ਨੂੰ, ਤੇ ਉਹਦੇ ਲੱਛਣ ਕੀ ਆ?
ਸਾਨੂੰ ਕਿੱਦਾਂ ਪਤਾ ਲੱਗਦਾ ਵੀ ਇਹ ਪਰਾਲੀ ਕਰਕੇ ਹੋਇਆ? ਤੇ ਦੂਜਾ ਇਹ ਆ ਵੀ ਉਥੋਂ ਕਰਨਾ ਕੀ ਚਾਹੀਦਾ ਸਾਨੂੰ ਇਹਨੂੰ ਬਚਾਉਣ ਲਈ? ਹਾਂਜੀ, ਜੇ ਇਹ ਸਿਰਫ ਉਸ ਏਰੀਏ 'ਚ ਹੁੰਦਾ ਜਿੱਥੇ ਮਿੱਟੀ ਦੇ ਵਿੱਚ ਸੈਲੀਨੀਅਮ ਜ਼ਿਆਦਾ ਆ, ਕੁਝ ਕੁ ਪਿੰਡ ਕੰਢੀ ਏਰੀਏ ਦੇ ਰਿਪੋਰਟਡ ਨੇ, ਪੰਜਾਬ 'ਚ ਹੋਰ ਕਿਤੇ ਨਹੀਂ ਹੁੰਦਾ, ਬਿਲਕੁਲ ਬੇਫਿਕਰ ਹੋ ਜਾਣ ਕਿਸਾਨ ਵੀਰ। ਹਾਂ, ਜਿੱਥੇ ਕਿਤੇ ਇਹ ਪ੍ਰੋਬਲਮ ਥੋੜ੍ਹੀ ਬਹੁਤੀ ਹੈਗੀ, ਉਹਦੇ ਨਾਲ ਕੀ ਹੁੰਦਾ ਕਿ ਜਾਨਵਰਾਂ ਦੀਆਂ ਪੂੰਛਾਂ ਪਿੱਛੋਂ ਗਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਖੋਰਾ ਜਿਹੜੇ ਉਹ ਖਰਾਬ ਹੋਣੇ ਸ਼ੁਰੂ ਹੁੰਦੇ ਆ, ਲੰਗੜਾਪਣ ਸ਼ੁਰੂ ਹੋ ਜਾਂਦਾ। ਤੇ ਕਈ ਵਾਰ ਕਮਰੋੜ ਦੇ ਉੱਤੇ ਇੱਕ ਜ਼ਖਮ ਜਿਹਾ, ਖੁਰਦਰੀ ਸਕਿਨ ਜੀ ਹੋ ਜਾਂਦੀ ਆ, ਉਹ ਇੱਕ ਲੱਛਣ ਜਿਹੇ ਹੁੰਦੇ ਆ, ਪਰ ਇਹ ਆਮ ਕਿਤੇ ਨਹੀਂ ਦੇਖਣ ਨੂੰ ਮਿਲਦੇ। ਜਿਹੜੇ ਪਰਾਲੀ 6-7 ਮਹੀਨੇ ਲਗਾਤਾਰ ਪਾਉਂਦੇ ਉਹਨਾਂ 'ਚ ਵੀ ਅਸੀਂ ਨਹੀਂ ਦੇਖਿਆ ਹੈਗਾ। ਹਾਂ, ਬਸ਼ਰਤੇ ਕਿ ਉਹਦੇ ਨਾਲ ਹਰਾ ਚਾਰਾ, ਵੰਡ ਤੇ ਮਿਨਰਲ ਮਿਕਸਚਰ ਪਵੇ ਪਾਏ ਹੋਣ। ਕੱਲੀ ਪਰਾਲੀ ਤੇ ਪਸ਼ੂ ਨੂੰ ਨਾ ਰੱਖੋ, ਨਹੀਂ ਬਿਲਕੁਲ। ਕੱਲੀ ਤਾਂ ਤੂੜੀ ਤੇ ਰੱਖੋਗੇ ਤਾਂ ਵੀ ਪਸ਼ੂ ਦੀ ਸਿਹਤ ਖਰਾਬ ਹੋਏਗੀ। ਡਾਕਟਰ ਸਾਹਿਬ ਇੱਕ ਫੋਨ ਕਾਲ ਆਈ ਹੈ ਸਾਨੂੰ। ਹੈਲੋ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਸਾਰੇ ਦੂਰਦਰਸ਼ਨ ਦੇ ਵੇੜੇ ਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਇਸ ਤਰ੍ਹਾਂ ਨੱਦਾ ਪਿੰਡ ਜੰਡ ਵਾਲਾ ਮੇਰਾ ਸਿੰਘਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਪਰਾਲੀ ਬਾਰੇ ਮੈਂ ਜਾਣ ਕੇ ਜਿਹੜਾ ਡੇਅਰੀ ਵਾਸਤੇ ਦੱਸ ਰਹੇ ਨੇ, ਪਰਾਲੀ ਨੂੰ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਬਾਹਰ ਕਿਵੇਂ ਕਰ ਸਕਦੇ ਹਾਂ। ਉਸ ਪਰਾਲੀ ਨੂੰ ਅਸੀਂ ਕਿਸ ਥਾਂ ਤੇ ਰੱਖ ਕਰ ਸਕਦੇ ਤਾਂ ਕਿ ਨਾ ਤਾਂ ਪਰਾਲੀ ਖਰਾਬ ਹੋਵੇ ਤੇ ਨਾ ਪਸ਼ੂਆਂ ਨੂੰ ਕੋਈ ਲੱਗ ਸਕੇ ਬਿਮਾਰੀ, ਪਰਾਲੀ ਖਰਾਬ ਨਾ ਹੋਣ ਕਰਕੇ ਜੀ। ਜਿੱਥੇ ਤੱਕ ਮੈਂ ਸਮਝਿਆ ਉਹ ਕਹਿ ਰਹੇ ਆ ਕਿ ਪਰਾਲੀ ਨੂੰ ਜਾਨਵਰਾਂ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ, ਸਟੋਰ ਕਿਸ ਤਰ੍ਹਾਂ ਕਰ ਸਕਦੇ ਹਾਂ, ਸ਼ਾਇਦ ਇਹੀ ਸਵਾਲ ਸੀਗਾ। ਮਤਲਬ ਜੇ ਅਸੀਂ ਇਹਨੂੰ ਇਸ ਤਰੀਕੇ ਨਾਲ ਵੀ ਇਹਨੂੰ ਸਾਂਭੀਏ ਕਿਵੇਂ, ਜਾਂ ਇਹਦੀ ਗੁਣਵੱਤਾ ਜਿਹੜੀ ਆ ਉਹ ਕਿਵੇਂ ਵਧਾਣੀ ਆ ਤਾਂ ਕਿ ਸਾਡੇ ਜਿਹੜੇ ਆ ਉਹ ਇਸ ਕਿੱਤੇ 'ਚ ਕੰਮ ਆ ਜੇ ਡੇਰੀ। ਹਾਂਜੀ ਜੀ। ਤੇ ਮੇਰਾ ਖਿਆਲ ਆਪਾਂ ਚਰਚਾ ਹੀ ਇਸ ਗੱਲ ਤੇ ਕਰ ਰਹੇ ਹਾਂ। ਹਾਂਜੀ, ਸ਼ੁਰੂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਯੂਰੀਏ ਨਾਲ ਸੋਧ ਸਕਦੇ ਹਾਂ। ਬਾਕੀ ਇਹਨਾਂ ਨੇ ਥੋੜ੍ਹਾ ਜਿਹਾ ਇੱਕ ਸਟੋਰੇਜ ਦੀ ਵੀ ਖਰਾਬ ਨਾ ਹੋਵੇ ਉਹਦੀ ਵੀ ਗੱਲ ਕੀਤੀ ਸੀ। ਅੱਜ ਕੱਲ੍ਹ ਬੇਲਿੰਗ ਬਹੁਤ ਚੱਲ ਰਹੀ ਆ ਤੇ ਗੱਠਾਂ ਬਣਾ ਕੇ, ਤੇ ਉਹ ਗੱਠਾਂ ਬਣਾ ਕੇ ਸੁੱਕੀ ਪਰਾਲੀ ਦੀਆਂ ਰੱਖ ਸਕਦੇ ਆ। ਹਾਂ, ਇਹ ਜ਼ਰੂਰ ਆ, ਮੈਂ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਕਹਾਂਗਾ ਕਿ ਪਰਾਲੀ ਜਦੋਂ ਸਟੋਰ ਕਰਨੀ ਆ ਉਹ ਬਿਲਕੁਲ ਸੁੱਕੀ ਹੋਵੇ। ਖੇਤ ਦੇ ਵਿੱਚ ਗੱਠਾਂ ਬਣਾਉਣ ਤੋਂ ਪਹਿਲਾਂ ਜਦੋਂ ਕਟਰ ਫੇਰਦੇ ਆ 2 ਦਿਨ ਉਹਨੂੰ ਧੁੱਪ ਲੱਗ ਜਾਵੇ, ਫਿਰ ਗੱਠਾਂ ਬਣਾਉਣ। ਜੇ ਗਿੱਲੀ ਪਰਾਲੀ ਦੀਆਂ ਗੱਠਾਂ ਬਣਾ ਲਈਆਂ ਤਾਂ ਉਹ 'ਚ ਉੱਲੀ ਪੈਦਾ ਹੋ ਜਾਂਦੀ ਹੈ ਤੇ ਉੱਲੀ ਜਾਨਵਰਾਂ ਨੂੰ ਖਰਾਬ ਕਰਦੀ ਹੈ। ਉਹ ਤੇ ਕਰੇਗੀ। ਹਾਂਜੀ, ਉਹ ਚਾਹੇ ਤੁਸੀਂ ਗਿੱਲੀ ਪਰਾਲੀ ਜੇ ਸਟੋਰ ਕਰ ਲਈ, ਧਾਂਕ ਲਾ ਲਈ, ਤਾਂ ਉਹ ਉੱਲੀ ਪੈਦਾ ਹੋ ਜਾਊਗੀ ਤੇ ਉਹ ਪਸ਼ੂ ਨੂੰ ਖਰਾਬ ਕਰੂਗੀ। ਉਹ 'ਚ ਪਰਾਲੀ ਦਾ ਕੋਈ ਕਸੂਰ ਨਹੀਂ, ਉਹ 'ਚ ਉੱਲੀ ਦਾ ਕਸੂਰ ਆ। ਜੀ। ਲੇਕਿਨ ਪ੍ਰੋਬਲਮ ਆਉਂਦੀ ਆ। ਤੇ ਬਾਕੀ ਸੁੱਕੀ ਪਰਾਲੀ ਆ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਯੂਰੀਏ ਨਾਲ ਸੋਧ ਕੇ ਤੇ ਨਾਲ ਮਿਨਰਲ ਮਿਕਸਚਰ ਜੇ ਪਾਓਗੇ, ਨਾਲ ਹਰਾ ਚਾਰਾ ਤੇ ਵੰਡ ਪਾਓਗੇ, ਬਿਲਕੁਲ ਕੋਈ ਮਾੜਾ ਅਸਰ ਨਹੀਂ ਹੈਗਾ ਜੀ। ਖਰਚਾ ਘਟੂਗਾ, ਕਿਸਾਨ ਵੀਰ ਪੱਲੇ ਬੰਨ੍ਹ ਲੈਣ। ਆ ਜਿਹੜਾ ਖਾਸ ਕਰ ਸਿਆਲਾਂ ਦੇ ਵਿੱਚ ਜਦੋਂ ਤੂੜੀ, ਤੁਸੀਂ ਵੀ ਦੇਖਿਆ ਹੋਊਗਾ ਮਿੱਠਾ ਸਿੰਘ ਜੀ, ਤੂੜੀ 900 ਰੁਪਏ ਵੀ ਪਹੁੰਚ ਜਾਂਦੀ ਆ। ਬਿਲਕੁਲ ਪਹੁੰਚ ਜਾਂਦੀ ਹੈ ਜੀ। ਤੇ ਉਦੋਂ ਇੱਕ ਡੇਅਰੀ ਫਾਰਮਰ ਦਾ ਕੀ ਹਾਲ ਹੁੰਦਾ, ਤੇ ਉਹ ਅਸੀਂ ਦੇਖਿਆ ਕਈ ਵਾਰ, ਬਹੁਤ ਮੁਸ਼ਕਲ ਹੋ ਜਾਂਦੀ ਆ। ਤੇ ਉਹਨਾਂ ਹਾਲਾਤਾਂ ਤੋਂ ਬਚਣ ਲਈ ਆਪ ਅਗਲੇ 6 ਮਹੀਨੇ ਦਾ ਪ੍ਰਬੰਧ ਕੁਝ ਪਰਾਲੀ ਜ਼ਰੂਰ ਸਟੋਰ ਕਰੋ। ਤੇ ਜੇ ਤੂੜੀ ਦਾ ਰੇਟ ਆ ਸਸਤਾ ਤੇ ਨਾਲ ਮਿਕਸ ਕਰਕੇ ਪਾ ਦਿਓ, ਜੇ ਤੂੜੀ ਮਹਿੰਗੀ ਹੋਈ ਇਕੱਲੀ ਪਰਾਲੀ ਪਾ ਦਿਓ, ਤਾਂ ਕਿ ਤੁਹਾਡਾ ਜਿਹੜਾ ਖਰਚਾ ਵਾ ਉਹ ਘਟੇ। ਹਾਂ, ਨਾਲੇ ਤੁਸੀਂ ਦੱਸਿਆ ਹੀ ਆ ਵੀ ਇਹਦੇ 'ਚ ਦੁੱਧ ਵੱਧਦਾ ਹੀ ਆ ਜੇ ਸੋਧ ਕੇ ਪਾਵਾਂਗੇ, ਘਟਦਾ ਨਹੀਂ। ਨਹੀਂ ਘਟਦਾ, ਬਿਲਕੁਲ ਨਹੀਂ ਘਟਦਾ। ਅੱਛਾ ਡਾਕਟਰ ਸਾਹਿਬ, ਜਿੱਦਾਂ ਆਪਾਂ ਇਹਦੀ ਯੂਰੀਏ ਨਾਲ ਤੁਸੀਂ ਸੋਧਣ ਦੀ ਕਈ ਵਾਰ ਗੱਲ ਕੀਤੀ। ਹਾਂਜੀ। ਹੁਣ ਜਦੋਂ ਆਪਾਂ ਯੂਰੀਆ ਉਹਨਾਂ ਸੋਧ ਲਈ ਪਰਾਲੀ ਅਸੀਂ ਉਹ ਪਸ਼ੂ ਨੂੰ ਪਾਤੀ, ਉਹ ਦੁੱਧ ਦੀ ਗੁਣਵੱਤਾ ਤੇ ਵੀ ਕੋਈ ਅਸਰ ਪਾਉਂਦਾ ਕਿ ਦੁੱਧ ਠੀਕ ਠਾਕ ਹੈ, ਉਹਦੇ ਕੋਈ ਯੂਰੀਏ ਦਾ ਲੈਵਲ ਤੇ ਨਹੀਂ ਵੱਧ ਜਾਂਦਾ? ਹਾਂਜੀ, ਇਹ ਬਹੁਤ ਵਧੀਆ ਤੇਜਪਾਲ ਜੀ ਤੁਸੀਂ ਸਵਾਲ ਕੀਤਾ। ਆਮ ਆਪਣੇ ਸਾਰੀ, ਚਾਹੇ ਉਹ ਫਾਰਮਰ ਆ ਚਾਹੇ ਕੰਜ਼ਿਊਮਰ ਆ ਜਿਹੜਾ ਦੁੱਧ ਪੀਂਦਾ, ਉਹਨੂੰ ਆਏ ਆ ਪਤਾ ਨਹੀਂ ਯੂਰੀਏ 'ਚ ਦੁੱਧ ਸ਼ਾਇਦ ਉਹ ਜਿਹੜੇ ਫਸਲਾਂ 'ਚ ਪਾਉਣੇ ਆ ਜਾਂ ਖਾਦ ਪਾਉਣੇ ਉਹ ਤੋਂ ਆਉਂਦਾ। ਇਸ ਤਰ੍ਹਾਂ ਦੀ ਬਿਲਕੁਲ ਕੋਈ ਗੱਲ ਨਹੀਂ ਜੀ। ਜਿਹੜਾ ਦੁੱਧ 'ਚ ਯੂਰੀਆ ਉਹ ਬਲੱਡ 'ਚ ਜਿਹੜਾ ਖੂਨ 'ਚ ਹੁੰਦਾ, ਖੂਨ 'ਚ ਦੇਖੋ ਜੀ ਥਣਧਾਰੀ ਜੀਵ ਚਾਹੇ ਬੰਦਾ ਵਾ ਚਾਹੇ ਮੱਝਾਂ ਨੇ, ਅਸੀਂ ਜਿਹੜਾ ਸਾਡਾ ਵੇਸਟ ਪ੍ਰੋਡਕਟ ਆ ਉਹ ਯੂਰੀਆ ਹੁੰਦਾ ਜਿਹੜਾ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਜੀ। ਇਸੇ ਤਰ੍ਹਾਂ ਮੱਝਾਂ 'ਚ ਗਾਵਾਂ 'ਚ ਯੂਰੀਆ ਪੈਦਾ ਹੁੰਦਾ, ਬਲੱਡ 'ਚ ਹੁੰਦਾ, ਉਹੀ ਉਹ ਯੂਰੀਆ ਡਿਫਿਊਜ਼ ਹੋ ਕੇ ਆ ਜਾਂਦਾ। ਇੱਕ ਦਾਣਾ ਯੂਰੀਆ ਦਾ ਫਸਲ 'ਚ ਨਾ ਪਾਓ, ਜੇ ਤੁਸੀਂ ਕੱਲੀ ਖਲ ਵੀ ਜ਼ਿਆਦਾ ਖਿਲਾਤੀ ਤਾਂ ਵੀ ਉਹ ਯੂਰੀਆ ਦੁੱਧ 'ਚ ਵੱਜ ਜਾਂਦਾ ਜੀ। ਪ੍ਰੋਟੀਨ ਜਿਹੜੀ ਹੈਗੀ ਆ, ਪ੍ਰੋਟੀਨ ਫਲੀਦਾਰ ਚਾਰਾ, ਖਲਾਂ, ਲੋੜ ਤੋਂ ਵੱਧ ਜੇ ਹੋਊਗਾ ਤਾਂ ਉਹ ਜਿਹੜਾ ਯੂਰੀਆ ਥੋੜਾ ਦੁੱਧ 'ਚ ਵੱਧ ਆਊਗਾ। ਯੂਰੀਆ ਦੁੱਧ ਦੇ ਵਿੱਚ ਨੋਰਮਲ ਜਿੰਨਾ ਬਲੱਡ 'ਚ ਹੁੰਦਾ ਉਹਨਾਂ ਦੁੱਧ 'ਚ ਹੋਣਾ। 15 ਤੋਂ 20 ਮਿਲੀਗ੍ਰਾਮ ਯੂਰੀਆ ਦੁੱਧ 'ਚ ਬਲੱਡ 'ਚ ਨੋਰਮਲ ਹੈ, ਵੈਲਿਊ ਹੋਣੀ ਹੈ, ਚਾਹੇ ਯੂਰੀਆ ਪਾਓ ਚਾਹੇ ਨਾ ਪਾਓ। ਅੱਛਾ। ਹਾਂਜੀ, ਉਹਦਾ ਕੋਈ ਉਹਦੇ ਯੂਰੀਆ ਨਾਲ ਲਿੰਕ ਨਹੀਂ ਹੈਗਾ, ਉਹਦਾ ਪ੍ਰੋਟੀਨ ਲੈਵਲ ਨਾਲ ਲਿੰਕ ਆ। ਇਸ ਕਰਕੇ ਜਿਹੜੀ ਮਿਸਕਨਸੈਪਸ਼ਨ ਆ ਵੀ ਜੇ ਅਸੀਂ ਫਸਲ 'ਚ ਖਾਦ ਪਾਤੀ ਜਾਂ ਚਾਰੇ 'ਚ ਯੂਰੀਆ ਪਾਤਾ ਜਾਂ ਯੂਰੀਆ ਨਾਲ ਪਰਾਲੀ ਤੂੜੀ ਸੋਧ ਲਈ ਉਹਦੇ ਨਾਲ ਯੂਰੀਆ
ਦੁੱਧ 'ਚ ਵੱਧ ਜਾਊਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬੈਲੈਂਸਡ ਫੀਡ ਆ ਤਾਂ ਬਿਲਕੁਲ ਨਹੀਂ ਵਧੂਗਾ। ਮੈਂ ਵੀ ਇੱਕ ਖਦਸ਼ਾ ਬਣਿਆ ਹੋਇਆ ਆ, ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਝੋਨਾ ਬਹੁਤ ਹੁੰਦਾ ਆਪਣੇ, ਹਾਂਜੀ, ਉਹਦੀ ਪਰਾਲੀ ਵੀ ਜਿਹੜੀ ਆ ਉਹ ਬਹੁਤ ਹੁੰਦੀ ਆ, ਤੇ ਇੱਕ ਤੇ ਤੁਸੀਂ ਦੱਸਿਆ ਵੀ ਅਸੀਂ ਆ ਪਸ਼ੂਆਂ ਨੂੰ ਜਿਹੜੀ ਪਾਸ ਹੋਏ। ਦੂਜੀ ਗੱਲ ਮੈਂ ਤੁਹਾਨੂੰ ਪੁੱਛਦਾ, ਇੱਕ ਟੈਲੀਫੋਨ ਆ ਗਿਆ ਸਾਡੇ ਕੋਲ, ਪਹਿਲੇ ਆਪਾਂ ਗੱਲ ਕਰ ਲਈਏ। ਹੈਲੋ, ਸਤਿ ਸ੍ਰੀ ਅਕਾਲ ਸਰ ਜੀ ਸਾਹਿਬ, ਸਾਰੇ ਮੁਲਾਜ਼ਮਾਂ ਨੂੰ ਜੀ। ਹਾਂਜੀ, ਕੀ ਸਵਾਲ ਹੈ ਜੀ? ਬੇਨਤੀ ਹੈ ਜੀ ਕਿ ਪੁੱਛਣਾ ਹੈ ਜੀ ਕਿ ਬਾਸਮਤੀ ਨੂੰ ਆਪਾਂ ਪਟੇਰਾ ਵਗੈਰਾ ਵੀ ਪਾਉਣੇ, ਬਦਾਨ ਵੀ ਪਾਉਣੇ, ਉੱਪਰ ਸਪਰੇਆਂ ਵੀ ਹੁੰਦੀਆਂ ਜੀ। ਇਹ ਪੁੱਛਣਾ ਕਿ ਝੋਨੇ ਦੀ ਪਰਾਲੀ ਬੈਨੀਫਿਟ ਵਾ ਤੇ ਬਾਸਮਤੀ ਦੀ ਪਰਾਲੀ ਕੋਈ ਨੁਕਸਾਨ ਤਾਂ ਨਹੀਂ ਜ਼ਿਆਦਾ ਕਰਦੀ? ਹਾਂਜੀ, ਹਾਂ, ਬਹੁਤ ਜ਼ਰੂਰੀ ਹੈ ਜੀ ਇਹ ਵੀ। ਇਹਦੇ ਵਿੱਚ ਹੁਣ ਇੱਕ ਕੁਐਸਚਨ 'ਚ ਦੋ ਕਹਿ ਲਓ ਗੱਲਾਂ ਆ ਗਈਆਂ। ਇੱਕ ਤਾਂ ਬਾਸਮਤੀ ਦੀ ਪਰਾਲੀ, ਦੂਸਰਾ ਸਪਰੇਆਂ ਦੀ ਗੱਲ ਆ। ਜੀ ਜੀ। ਹੁਣ ਸਪਰੇਆਂ ਦੀ ਜਿਹੜੀ ਗੱਲ ਆ, ਜਿਹੜੀ ਫਸਲ ਵਿਗਿਆਨੀ ਜਾਂ ਕਿਹੜੇ ਰਿਕਮੈਂਡ ਕਰਦੇ ਆ ਜਾਂ PAU ਰਿਕਮੈਂਡ ਕਰਦੀ ਆ, ਉਸ ਮੁਤਾਬਕ ਕੀਤੀਆਂ ਨੇ, ਫਿਰ ਉਹਦਾ ਕੋਈ ਅਸਰ ਨਹੀਂ, ਕਿਉਂਕਿ ਉਹ ਜਿਹੜੇ ਛਿੱਟਾ ਕੱਢਣ ਤੋਂ ਬਾਅਦ ਜਾਂ ਦਾਣਾ ਪੈਣ ਤੋਂ ਬਾਅਦ ਰਿਕਮੈਂਡ ਨਹੀਂ ਕਰਦੇ। ਬੇਸ਼ੱਕ ਫਾਰਮਰ ਹੁਣ ਜੇ ਤੁਸੀਂ ਪੱਕੀ ਫਸਲ ਤੇ ਸਪਰੇਅ ਕਰੋਗੇ, ਉਹਦਾ ਅਸਰ ਪਰਾਲੀ 'ਚ ਵੀ ਆਊਗਾ ਤੇ ਉਹ ਦਾਣੇ 'ਚ ਵੀ ਆਊਗਾ, ਬੰਦਿਆਂ 'ਚ ਵੀ ਆਊਗਾ, ਹਾਂ ਸਾਰਿਆਂ 'ਚ ਆਊਗਾ। ਇਸ ਕਰਕੇ ਜੇ ਉਹ ਸਿਫਾਰਿਸ਼ ਮੁਤਾਬਕ ਕੀਤੀਆਂ ਨੇ ਵੀ ਉਦੋਂ ਪਹਿਲਾਂ 1.5 ਮਹੀਨਾ ਪਹਿਲਾਂ ਬੰਦ ਕਰਤੀਆਂ, ਤਾਂ ਫਿਰ ਤਾਂ ਉਹਦਾ ਕੋਈ ਅਸਰ ਨਹੀਂ ਹੈਗਾ। ਤੇ ਦੂਸਰਾ ਜਿਹੜੀ ਬਾਸਮਤੀ ਦੀ ਇਹਨਾਂ ਨੇ ਪਰਾਲੀ ਦੀ ਗੱਲ ਕੀਤੀ ਆ, ਉਹ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬਾਸਮਤੀ ਦੇ ਵਿੱਚ ਸਿਲੀਕਾ ਘੱਟ ਹੁੰਦਾ ਜੀ। ਦੂਈਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਨੇ ਪਰਮਲ, ਉਹਦੇ ਨਾਲੋਂ ਸਿਲੀਕਾ ਜਿਹੜਾ ਬਾਸਮਤੀ ਥੋੜਾ ਘੱਟ ਹੁੰਦਾ। ਇਸ ਕਰਕੇ ਬਾਸਮਤੀ ਥੋੜੀ ਡਿੱਗਦੀ ਵੱਧਦਾ, ਸਿਲੀਕਾ ਡਿੱਗਣ ਤੋਂ ਬਚਾਉਣ ਜੀ। ਤੇ ਉਹ ਸਿਲੀਕਾ ਘੱਟ ਹੋਣ ਕਰਕੇ ਥੋੜੀ ਹਜਮ ਵੱਧ ਹੁੰਦੀ ਆ ਕੁਦਰਤੀ ਤੌਰ ਤੇ ਪਸ਼ੂ ਨੂੰ ਥੋੜਾ ਵੱਧ ਖਾਂਦੇ ਆ। ਤੇ ਲੇਕਿਨ ਉਹ ਥੋੜਾ ਫਰਕ ਹੈਗਾ। ਬਾਕੀ ਸਪਰੇਆਂ ਦੀ ਗੱਲ ਮੈਂ ਦੱਸਤੀ ਵੀ ਜਿਹੜੀ ਸਿਫਾਰਿਸ਼ ਮੁਤਾਬਕ ਕੀਤੀਆਂ ਨੇ ਉਹਦਾ ਕੋਈ ਮਾੜਾ ਅਸਰ ਨਹੀਂ। ਅੱਛਾ ਜੀ। ਪੱਕੀ ਫਸਲ ਤੇ ਕਰਤੀ ਉਹਦਾ ਮਾੜਾ ਅਸਰ ਹੈਗਾ। ਹਾਂ, ਉਹ ਗਲਤ ਆ। ਨਹੀਂ, ਉਹ ਪੱਕੀ ਫਸਲ ਤੇ ਕਰਨਗੇ ਉਹ ਤੇ ਵਿਕਣੀ ਨਹੀਂ ਜੀ। ਉਹ ਪਰ ਕਈ ਕਿਸਾਨ ਵੀਰ ਅੱਜ ਕੱਲ੍ਹ ਜੀ ਤੁਹਾਨੂੰ ਪਤਾ ਤੁਸੀਂ ਸਿਫਾਰਿਸ਼ਾਂ ਨਹੀਂ ਮੰਨਦੇ। ਬਾਸਮਤੀ 'ਚ ਵੈਸੇ ਵੀ ਬੈਨ ਕੀਤੀਆਂ ਦਵਾਈਆਂ, ਹਾਂਜੀ ਹਾਂਜੀ, ਹੈ ਨਾ, ਵੀ ਜਿਹੜੀਆਂ ਉਹ ਨਹੀਂ ਵਰਤਣੀਆਂ, ਹਾਂਜੀ, ਉਹਦੇ ਰੈਜ਼ੀਡਿਊ ਆਉਂਦਾ। ਜੀ ਜੀ। ਡਾਕਟਰ ਸਾਹਿਬ, ਆਪਾਂ ਗੱਲ ਚੱਲਦੀ ਪਈ ਸੀ ਵੀ ਪਰਾਲੀ ਦੀ ਬਹੁਤਿਆਤ ਬਹੁਤ ਆ। ਹਾਂਜੀ, ਇਹ ਤੇ ਹੋ ਗਈ ਤੁਸੀਂ ਵੀ ਸਾਡਾ ਡੇਰੀ ਕਿੱਤੇ 'ਚ ਅਸੀਂ ਕਿੱਥੇ ਕਿੱਥੇ ਪਰਾਲੀ ਵਰਤ ਸਕਦੇ ਹਾਂ। ਇਹਨੂੰ ਹੁਣ ਪਰਾਲੀ ਨੂੰ ਸਾਂਭਣ ਲਈ ਜਾਂ ਕਿਸੇ ਹੋਰ ਪਾਸੇ ਵਰਤਣ ਲਈ ਸਾਨੂੰ ਕੀ ਢੰਗ ਅਪਣਾਉਣੇ ਚਾਹੀਦੇ? ਜਿਹੜਾ ਮੇਰਾ ਵਿਸ਼ਾ ਜੀ ਉਹ ਪਸ਼ੂਆਂ ਡੇਅਰੀ ਬਾਰੇ, ਉਹਦੇ ਵਿੱਚ ਇੱਕ ਗੱਲ ਮਿਸ ਹੋ ਗਈ। ਪਸ਼ੂਆਂ ਨੂੰ ਸੁੱਕ ਜਾਂ ਬੈਡਿੰਗ ਜਿਹਨੂੰ ਕਹਿੰਦੇ ਆ, ਹਾਂ, ਕਿਉਂਕਿ ਆਪਾਂ ਪੱਕੀ ਜਗ੍ਹਾ ਤੇ ਪਸ਼ੂ ਬੰਨ੍ਹਦੇ ਆ। ਸਿਆਲਾਂ 'ਚ ਤਾਂ ਸਾਰੇ ਅੰਦਰ ਪੱਕੀ ਜਗ੍ਹਾ ਤੇ ਹੁੰਦੇ ਆ 90% ਤੋਂ ਜ਼ਿਆਦਾ ਪਸ਼ੂ ਜੀ। ਤੇ ਉੱਥੇ ਪੱਕੀ ਜਗ੍ਹਾ ਤੇ ਬੈਠਣਾ ਪਸ਼ੂ ਆਰਾਮ ਮਹਿਸੂਸ ਨਹੀਂ ਕਰਦਾ। ਅਸੀਂ ਇਹ ਤਜਰਬੇ ਦੇਖਿਆ ਗਿਆ ਕਿ ਸਿਆਲਾਂ ਦੇ ਵਿੱਚ 3 ਮਹੀਨੇ ਜੇ ਤੁਸੀਂ ਪਰਾਲੀ ਦੀ ਥੱਲੇ ਬੈਡਿੰਗ ਰੱਖਦੇ ਹੋ, ਸੁੱਕ ਪਾਉਂਦੇ ਹੋ, ਜਿਹਨੂੰ ਮੋਟੀ ਤਹਿ ਰੱਖਦੇ ਹੋ, ਜੀ ਜੀ, ਉਹਦੇ ਨਾਲ 8-10% ਦੁੱਧ ਵੈਸੇ ਹੀ ਵੱਧ ਜਾਂਦਾ। ਗਰਮਾਹਟ ਮਿਲਦੀ ਆ ਗਰਮਾਹਟ, ਪਸ਼ੂ ਆਰਾਮ ਨਾਲ ਜਗਾਲੀ ਵੱਧ ਕਰਦਾ। ਜੀ ਜੀ ਜੀ। ਉਹ ਬਹਿੰਦਾ ਵੱਧਦਾ, ਜਗਾਲੀ ਵੱਧ ਕਰਦਾ, ਖਾਂਦਾ ਵੱਧਦਾ। ਉਹਦੇ ਨਾਲ 10% ਦੁੱਧ 8-10% ਵੈਸੇ ਵੱਧ ਜਾਂਦਾ, ਆਰਾਮ ਮਹਿਸੂਸ ਕਰਨਾ। ਕਿਉਂਕਿ ਜਿਹੜਾ ਐਨੀਮਲ ਕੰਫਰਟ ਜਿਹਨੂੰ ਕਹਿੰਦੇ ਆ ਵੀ ਪਸ਼ੂ ਨੂੰ ਆਰਾਮ ਮਿਲੇ, ਆਰਾਮ ਮਿਲੂਗਾ ਪਸ਼ੂ ਜਗਾਲੀ ਵੱਧ ਕਰੂਗਾ, ਖਾਊ ਵੱਧ, ਤੇ ਜਗਾਲੀ ਵੱਧ ਕਰੂਗਾ, ਖਾਊ ਵੱਧ, ਤਾਂ ਦੁੱਧ ਵੱਧ ਹੋਊਗਾ। ਜੀ ਜੀ। ਇਸ ਕਰਕੇ ਬੈਡਿੰਗ ਲਈ ਪਰਾਲੀ ਦੀ ਜਿਹੜੀ ਵਰਤੋਂ ਆ ਉਹ ਇੱਕ ਅਣਗੌਲਿਆ ਕਹਿ ਲਓ ਹਿੱਸਾ ਵਾ, ਉਹ ਜ਼ਰੂਰ ਕਿਸਾਨ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ। ਇਹਦੇ ਨਾਲ ਇੱਕ ਤਾਂ ਪਸ਼ੂ ਨੂੰ ਆਰਾਮ ਮਿਲਦਾ, ਦੂਸਰਾ ਉਹ ਪਰਾਲੀ ਦੀ ਖਾਦ ਬਣਦੀ ਆ। ਜੀ ਜੀ ਹਾਂ, ਪਸ਼ੂ 2-3 ਦਿਨ ਉੱਤੇ ਸੁੱਕੀ ਪਰਾਲੀ ਤੇ ਬਹਿੰਦਾ, ਫਿਰ ਤੁਸੀਂ ਉਹਨੂੰ ਚੱਕ ਕੇ ਰੂੜੀ ਤੇ ਸਿੱਟਦੇ ਹੋ, ਗਲਦੀ ਸੜਦੀ ਆ, ਤੇ ਉਹ ਇੱਕ ਖਾਦ 'ਚ ਕਨਵਰਟ ਹੁੰਦੀ ਆ ਤੇ ਉਹ ਤੁਹਾਡੇ ਖੇਤਾਂ ਦੇ ਵਿੱਚ ਕੰਮ ਆਉਂਦੀ ਆ। ਜੀ ਹਾਂ, ਮਲ ਮੂਤਰ ਜਿਹੜਾ ਪਸ਼ੂ ਦਾ ਹੁੰਦਾ ਉਹ ਵਿੱਚ ਆ ਖਾਦ ਖੁਰਾਕ ਹੀ ਆ। ਹਾਂਜੀ ਹਾਂਜੀ, ਉਹਦੇ ਨਾਲ ਪਰਾਲੀ ਗਲਦੀ ਆ ਰੂੜੀ ਤੇ ਪਸ਼ੂ ਨੂੰ ਵੀ ਆਰਾਮ ਮਹਿਸੂਸ ਆ। ਬੈਡਿੰਗ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਤਕਰੀਬਨ ਘੱਟੋ ਘੱਟ 20 ਸੈਂਟੀਮੀਟਰ ਮੋਟੀ ਜੇ ਥੱਲੇ ਬੈਡਿੰਗ ਪਾਈ ਆ, ਤੈਅ ਵਿਛਾ ਦਿਓ ਤੇ ਉਹਨੂੰ ਹਫ਼ਤੇ ਬਾਅਦ ਬਦਲ ਦਿਓ, ਤੇ ਉਹਦੇ ਨਾਲ ਜਿਹੜਾ ਪਸ਼ੂ ਦਾ ਦੁੱਧ 8-10% ਵੈਸੇ ਹੀ ਵੱਧ ਜਾਂਦਾ। ਜੀ ਹਾਂ, ਦੇਖੋ ਤੇਜਪਾਲ ਜੀ, ਆ ਹੁਣ ਦਿਨ ਬਦਲ ਜਾਣੇ ਆ, ਅਸੀਂ ਵੀ ਤੇ ਕਹਿਣਾ ਵੀ ਦਰੀ ਚੱਕੋ ਤੇ ਤਲਾਈ ਵਿਛਾਓ। ਹਾਂਜੀ, ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਜਿਵੇਂ ਡਾਕਟਰ ਸਾਹਿਬ ਨੇ ਹੁਣ ਸਾਨੂੰ ਸਾਰੀਆਂ ਗੱਲਾਂ ਦੱਸੀਆਂ ਆ, ਤੇ ਨਾਲੇ ਫਾਇਦਾ ਉਹਦਾ। ਫਾਇਦਾ ਤੇ ਦੇਖੋ ਜੀ, ਨੁਕਸਾਨ ਵਾਲੀ ਗੱਲ ਤੇ ਡਾਕਟਰ ਸਾਹਿਬ ਨੇ ਦੱਸੀ ਕੋਈ ਨਹੀਂ ਸਾਨੂੰ, ਤੇ ਸਾਨੂੰ ਇਹਨਾਂ ਤੇ ਅਮਲ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ। ਤੇ ਬਾਕੀ ਅੱਜ ਕੱਲ ਤੁਹਾਨੂੰ ਪਤਾ ਵੀ ਤਾਪਮਾਨ 'ਚ ਬਹੁਤ ਫਰਕ ਪੈ ਰਿਹਾ। ਮੈਂ ਕਿਹਾ ਠੰਡਾ ਹੋ ਰਿਹਾ ਮੌਸਮ, ਹੋ ਰਿਹਾ ਨਾ, ਤੇ ਜਿਹੜਾ ਮੌਸਮ ਮਹਿਕਮੇ ਵਾਲਿਆਂ ਨੇ ਸਾਨੂੰ ਘੱਲਿਆ ਉਹ ਵੀ ਦੱਸ ਛੱਡੀਏ। ਚੰਡੀਗੜ੍ਹ ਵੱਧ ਤੋਂ ਵੱਧ 34 ਡਿਗਰੀ ਸੈਲਸੀਅਸ ਰਿਹਾ ਜੀ, ਘੱਟ ਤੋਂ ਘੱਟ 15.5 ਡਿਗਰੀ। ਅੰਮ੍ਰਿਤਸਰ 'ਚ ਵੱਧ ਤੋਂ ਵੱਧ 32.9 ਤੇ ਘੱਟ ਤੋਂ ਘੱਟ 15.6। ਠੀਕ ਆ ਜੀ। ਲੁਧਿਆਣੇ 33.9 ਤੇ 16.3। ਪਟਿਆਲਾ ਰਿਹਾ ਜੀ ਆਪਣਾ 34.2 ਤੇ 16.1 ਜੀ। ਬਠਿੰਡੇ ਵੱਧ ਤੋਂ ਵੱਧ 35.4 ਤੇ ਘੱਟ ਤੋਂ ਘੱਟ 13.2। ਤੇ ਫਰੀਦਕੋਟ 'ਚ ਵੱਧ ਤੋਂ ਵੱਧ 33.5 ਤੇ ਇੱਥੇ
ਘੱਟ ਤੋਂ ਘੱਟ 12 ਹੈ। ਅੱਛਾ, ਠੰਡ ਹੋ ਗਈ ਉੱਥੇ ਕਾਫੀ ਫਿਰ। ਹੋ ਗਈ ਜੀ, ਹੋ ਗਈ। ਤੇ ਮਹਿਕਮੇ ਵਾਲਿਆਂ ਨੇ ਜਿਹੜੀ ਮੌਸਮ ਬਾਰੇ ਖਬਰ ਘੱਲੀ ਆ ਉਹ ਇਹ ਆ ਵੀ ਮੌਸਮ ਹੁਣ ਆਉਣ ਵਾਲੇ 48 ਘੰਟਿਆਂ ਤੱਕ ਖੁਸ਼ਕ ਰਹਿਣ ਦੀ ਸੰਭਾਵਨਾ। ਠੀਕ ਆ, ਫਰੀਦਕੋਟ ਵਾਲੇ ਤਾਂ ਸਵੈਟਰ ਕੱਢ ਲੈਣ ਫੇ। ਆ ਕੱਢ ਲੈਣ ਜੀ, ਹੈ ਉਹ ਅਸੀਂ ਵੀ ਕੱਢਣੇ ਹੀ ਆ, ਅਸੀਂ 4 ਦਿਨ ਬਾਅਦ ਕੱਢ ਲਾਂਗੇ। ਤੇ ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇਕਰ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਸੁਝਾਅ ਭੇਜਣਾ ਚਾਹੁੰਦੇ ਹੋ ਤੇ ਸਾਡਾ ਪਤਾ ਜਿਹੜਾ ਉਹ ਨੋਟ ਕਰ ਲਓ। ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ 144001। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ, ਕੋਈ ਵੀ ਸੁਝਾਅ ਦੇਣਾ ਹੋਵੇ। ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ, ਪਰ ਘਰੋਂ ਜਦੋਂ ਬਾਹਰ ਨਿਕਲੋ ਨਾ ਤੇ ਥੋੜਾ ਜਿਹਾ ਸੈਨੀਟਾਈਜ਼ਰ ਲਾ ਕੇ ਹੱਥਾਂ ਨੂੰ ਨਿਕਲੋ ਤੇ ਬਾਹਰ ਨਿਕਲੋ ਤੇ ਸਮਾਜਿਕ ਦੂਰੀ ਜ਼ਰੂਰ ਬਣਾਈ ਰੱਖੋ। ਤੇ ਜਦੋਂ ਘਰ ਵਾਪਸ ਆਓ ਤੇ ਸਭ ਨਾਲ ਚੰਗੀ ਤਰ੍ਹਾਂ ਹੱਥ ਧੋਵੋ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਤੇ ਹੁਣ ਸਾਨੂੰ ਇਜਾਜ਼ਤ ਦਿਓ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਜੈ ਹਿੰਦ ਜੀ, ਧੰਨਵਾਦ ਜੀ, ਧੰਨਵਾਦ।